लंबे समय से देश का अन्नदाता किसान दिल्ली की बॉर्डर पर अपनी मांगों को लेकर केंद्र की तरफ से पास किए खेती कानूनों को रद्द कराने के लिए धरना दे रहा है। बावजूद केंद्र की मोदी सरकार की तरफ से अपना अड़ियल रवैया जारी है। आज स्थानीय बॉर्डर गेट में संयुक्त किसान मोर्चा के बुलावे के अंतर्गत संपूर्ण क्रांति दिवस मनाया गया। केंद्र की मोदी सरकार की तरफ से लाए गए 3 कृषि कानूनों की कॉपियां आग के हवाले करने के उपरांत कृषि और किसान विकास फ्रंट पंजाब के किसान नेता जगपाल सिंह ने पत्रकारों के साथ बातचीत करते हुए कहा कि इस मौके को हल्के में किसान मजदूरों और मुलाजिमों के अलावा बड़ी संख्या में व्यापारी सम्मिलित हुए। किसान नेताओं ने कहा, किसान संघर्ष के दौरान अपनी शहादत दे चुके हैं। किसानों की शहादत बेकार नहीं जाएगी और किसान अपने हक लेकर ही घर लौटेंगे। किसान नेताओं ने कहा, केंद्र का अड़ियल रवैया ही केंद्र सरकार को ही ले डूबेगा, क्योंकि जो पश्चिमी बंगाल के चुनाव नतीजे केंद्र की मोदी सरकार को समझ जाना चाहिए और पास किए तीनों खेती कानूनों को रद्द कर देना चाहिए। किसान नेताओं ने कहा कि यदि केंद्र की मोदी सरकार ने अपना अड़ियल रवैया न छोड़ा तो आने वाली विधानसभा मतदान में लोग बीजेपी को गांव में घुसने नहीं देंगे और देश के जितने सूबे में भी चुनाव होंगे वहां भाजपा का पश्चिमी बंगाल वाला ही हाल होगा। विशेष तौर पर पहुंची नौजवान नेता कमलजोत और उधा ने कहा कि केंद्र की मोदी सरकार जो किसानों पर अत्याचार कर रही है उसके नतीजे भयानक होंगे, क्योंकि पंजाब ही नहीं बल्कि समूचे देश की जनता भाजपा से मोह भंग हो चुका है। ਅੱਜ क्रांति दिवस मनाया जा रहा है, कापे फूक रहे ने, पर सरकार क्यों नहीं जाग रही? देखो, सरकार ये है कि मोदी ਦਾ ਆਪ ਦਾ ਪਹਿਲਾਂ ਵੀ ਆਪਣੀ ਕਈ ਵਾਰੀ ਗੱਲ ਹੋਈ ਆ, ਆਪ ਦਾ ਉਹਦਾ ਕੋਈ ਸਟੈਂਡ ਨਹੀਂ ਹੈਗਾ। ਜੋ ਕਾਰਪੋਰੇਟ ਘਰਾਣੇ ਰੌਲਾ ਅਸਲ 'ਚ ਕਾਰਪੋਰੇਟ ਘਰਾਣੇ ਵਰਸਸ ਪਬਲਿਕ ਦਾ, ਆਮ ਪਬਲਿਕ ਵਰਸਸ ਆਪਣੇ ਘਰਾਣੇ ਜਿਹੜੇ ਨੇ ਕਾਰਪੋਰੇਟ ਘਰਾਣੇ। ਉਹ ਇਸ ਲਈ ਕਾਰਪੋਰੇਟ ਘਰਾਣੇ ਜਿਹੜੇ ਖੇਤੀਬਾੜੀ ਦੀਆਂ ਜਿਹੜੀਆਂ ਵੀ ਪੈਦਾ ਹੋਣ ਵਾਲੀਆਂ ਚੀਜ਼ਾਂ ਤੋਂ ਵੱਧ ਮੁਨਾਫਾ ਲੈਣ ਦੇ ਲਈ ਇਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਇਸੇ ਕਰਕੇ ਮੋਦੀ ਸਰਕਾਰ ਦੇ ਕੰਨ ਤੇ ਜੂੰ ਸਿਰਕਦੀ ਨਹੀਂ, ਕਿਉਂਕਿ ਜਿੰਨਾ ਚਿਰ ਉੱਪਰੋਂ ਕਾਰਪੋਰੇਟ ਨਹੀਂ ਮੰਨਦਾ ਉਨੀ ਦੇਰ ਤੱਕ ਇਹ ਜਿਹੜਾ ਮੋਦੀ ਸਰਕਾਰ ਨਹੀਂ ਮੰਨਦੀ। ਅੱਜ ਕਾਪੀਆਂ ਕਰ ਰਹੇ, ਫੁੱਕੀਆਂ ਕਰ ਰਹੇ ਸਵਾਲ। ਅੱਜ 1 ਸਾਲ ਹੋ ਗਿਆ। 5 ਜੂਨ ਨੂੰ ਆਪਣੇ ਜਿਹੜਾ ਇੱਕ ਕਾਨੂੰਨ ਸੀਗੇ ਨਾ ਇਹ ਪਾਸ ਕੀਤੇ ਸੀ ਮੋਦੀ ਸਰਕਾਰ ਨੇ, ਖੇਤੀਬਾੜੀ ਦੇ 3 ਕਾਲੇ ਕਾਨੂੰਨ, ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਦੇ ਰੂਪ ਵਿੱਚ ਅੱਜ 1 ਸਾਲ ਪੂਰਾ ਹੋਣ ਤੇ ਹੂਕ ਰਹੇ ਨੇ ਕਿ ਅਸੀਂ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਹੁਣ ਤੱਕ ਵੀ ਲਾਗੂ ਨਹੀਂ ਹੋਣ ਦਿੱਤਾ, ਨਾ ਹੀ ਆਉਣ ਵਾਲੇ ਦਿਨਾਂ 'ਚ ਲਾਗੂ ਹੋਣ ਦੇਵਾਂਗੇ। ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਸੰਘਰਸ਼ ਜਾਰੀ ਰੱਖਣਾ। ਲਗਾਤਾਰ ਸ਼ਹੀਦੀਆਂ ਕਿਸਾਨ ਪਾ ਗਏ ਨੇ, ਕਿਵੇਂ ਦੇਖਦੇ ਹੋ? ਹਜੇ ਵੀ ਕੇਂਦਰ ਟੱਚ ਤੋਂ ਮਾਫੀ ਨਹੀਂ ਹੋ ਰਿਹਾ। ਦੇਖੋ, ਕੇਂਦਰ ਸਰਕਾਰ ਨੂੰ ਹੁਣ ਲੱਗਦਾ ਇਹ ਹੈ ਕਿ ਪਬਲਿਕ ਤੋਂ ਲੋੜ ਨਹੀਂ। ਲੋਕਤੰਤਰ ਦੇ ਰਾਜ ਦੇ ਵਿੱਚ ਲੋਕਾਂ ਦੀ ਪੁੱਛ ਹੁੰਦੀ ਹੈ, ਪਰ 8 ਮਹੀਨੇ ਹੋ ਗਏ ਸਾਨੂੰ ਲਗਾਤਾਰ ਨਾਭੇ ਦੇ ਵਿੱਚ ਧਰਨੇ ਤੇ ਵਿਰਾਜਮਾਨ 8 ਮਹੀਨੇ ਹੋ ਗਏ, ਕਿਉਂਕਿ ਇਹਦਾ ਮਤਲਬ ਆਮ ਪਬਲਿਕ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਲੋਕਤੰਤਰ 'ਚ ਲੋੜ ਨਹੀਂ। ਉਹਨਾਂ ਨੂੰ ਪੈਸੇ ਦੀ ਲੋੜ ਹੈ, ਉਹਨਾਂ ਨੂੰ ਆਪਣੇ ਪੈਸੇ ਦੇ ਨਾਲ ਆਪਣੀ ਜਿਹੜੀ ਆਪਣੇ ਘਰ ਚਲਾਉਣ ਦੀ ਲੋੜ ਹੈ ਕਿ ਆਪਣੀ ਐਸਪ੍ਰੈਸਤੀ ਕੀਤੀ ਜਾਵੇ। ਪਬਲਿਕ ਕੱਲ੍ਹ ਨੂੰ ਮਰਦੀ ਅੱਜ ਮਰਜੀ। ਟਿਕਾਣਾ ਵਿਖੇ ਲਗਾਤਾਰ ਰੋਸ ਪ੍ਰਦਰਸ਼ਨ ਹੋਇਆ, ਗ੍ਰਿਫਤਾਰੀਆਂ ਕੀਤੇ ਗਏ ਨੇ, ਅੱਜ ਵੱਡਾ ਸੰਘਰਸ਼ ਕਰ ਰਹੇ ਨੇ ਕਿਸਾਨ ਜੀ। ਉਹ ਕਹਿੰਦੇ ਚਾਹੇ ਸਾਨੂੰ ਜੇਲ੍ਹਾਂ ਭਰਨੇ ਪੈਣ, ਅਸੀਂ ਪਿੱਛੇ ਨਹੀਂ ਹਟਾਂਗੇ। ਦੇਖੋ, ਜੇ ਕਿਸਾਨਾਂ ਦੇ ਨਾਲ ਸਰਕਾਰ ਟਕਰਾਏਗੀ ਕਿਸਾਨ ਪਿੱਛੇ ਨਹੀਂ ਹਟਣਗੇ। ਕਿਸਾਨ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਦੇ ਜਿਹੜੇ ਕਰ ਰਹੇ ਨੇ ਮੁਜ਼ਾਹਰੇ, ਰੋਸ ਮੁਜ਼ਾਹਰੇ ਕਰ ਰਹੇ ਨੇ, ਘਿਰਾਓ ਕਰ ਰਹੇ ਨੇ, ਪਰੰਤੂ ਬੀਜੇਪੀ ਦੀ ਸਰਕਾਰ ਜਾਣਬੁੱਝ ਕੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ। ਕਿਸਾਨ ਪਿੱਛੇ ਨਹੀਂ ਹਟਣਗੇ, ਨਾ ਹੀ ਦਬਣਗੇ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ? ਦੇਖੋ, ਸੰਘਰਸ਼ ਹੋਰ ਲੰਬਾ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਇਲੈਕਸ਼ਨ ਆ ਰਹੀ ਹੈ, ਭਾਵੇਂ ਉਹ ਯੂਪੀ 'ਚ ਹੋਵੇ, ਕਿਉਂਕਿ ਯੂਪੀ ਦੇ ਵਿੱਚ ਸਾਰੇ ਟੂਲ ਪਲਾਜ਼ੇ ਬੰਦ ਕਰਨ ਜਾ ਰਹੇ ਹਾਂ। ਕਿਸਾਨਾਂ ਦੇ ਸੰਯੁਕਤ ਮੋਰਚੇ ਦਾ ਫੈਸਲਾ ਹੈ ਕਿ ਪੰਜਾਬ ਹਰਿਆਣੇ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਯੂਪੀ ਦੇ ਵਿੱਚ ਜਾ ਕੇ ਜਿਹੜਾ ਪੂਰਾ ਜ਼ੋਰ ਲਾਇਆ। 2022 'ਚ ਚੋਣਾਂ, ਫਿਰ ਬੀਜੇਪੀ ਵੀ ਇੱਥੇ ਪੰਜਾਬ 'ਚ ਖੜ੍ਹਨ ਨੂੰ ਤਿਆਰ ਹੈ। ਦੇਖੋ, ਕੋਈ ਵੀ ਖੜੇ, ਪਰ ਕਿਸਾਨ ਨੇ ਜਿਹੜੇ ਉਹ ਡਟ ਕੇ ਵਿਰੋਧ ਕਰਨਗੇ ਇਹਨਾਂ ਲੋਕਾਂ ਦਾ ਜਿਹੜੇ ਕਿਸਾਨ ਦੇ ਹਿੱਤ ਵਿੱਚ ਨਹੀਂ ਆਉਣ। ਕਿਸਾਨਾਂ ਦੀ ਹਤੈਸ਼ੀ ਕੋਈ ਹੈਗੀ ਪਾਰਟੀ ਮੰਨ? ਦੇਖੋ, ਕਿਸਾਨਾਂ ਦੀ ਹਤੈਸ਼ੀ ਜਿਹੜੀ ਆਊਗੀ ਉਹਦੇ ਨਾਲ ਹੀ ਉਹ ਅਗਲੇ ਦਿਨਾਂ 'ਚ ਹੀ ਪਤਾ ਲੱਗੇਗਾ। ਕਾਂਗਰਸ ਜੋ ਅੰਦਰੂਨੀ ਕਲੇਸ਼ ਚੱਲ ਰਿਹਾ, ਕਿਸਾਨ ਤਾਂ 8 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ, ਕਿਉਂ? ਉਹਨਾਂ ਨੂੰ ਲੱਗਦਾ ਇਹ ਆ ਕਿ ਇਲੈਕਸ਼ਨ ਆ ਗਈ, ਲੋਕ ਸਾਤੋਂ ਸਵਾਲ ਕਰਨਗੇ ਕਿ ਕਿਸਾਨ ਮਰ ਰਿਹਾ, ਤੁਸੀਂ ਇਹਦੇ ਤੇ ਕੀ ਕਰ ਰਹੇ ਹੋ। ਪਰ ਉਹਨਾਂ ਦਾ ਆਪਸੀ ਕਲੇਸ਼ ਚੌਧਰਬਾਜੀ, ਉਹ ਕਹਿੰਦਾ ਮੈਂ ਸੀਐਮ ਬਣਨਾ, ਉਹ ਕਹਿੰਦਾ ਮੈਂ ਬਣਨਾ। ਆਪਸੀ ਕਲੇਸ਼ ਕੋਈ ਬਣੇ ਨਾ ਬਣੇ, ਪਰ ਦੁਨੀਆ ਮਰ ਰਹੀ ਹੈ।
ਅੱਜ 5 ਜੂਨ ਹੋ ਗਈ, 1 ਸਾਲ ਹੋ ਗਿਆ ਬਿੱਲ ਬਣਿਆ ਨੂੰ, ਤੇ ਇਸ ਕਰਕੇ ਜਿਹੜੀਆਂ ਕਾਪੀਆਂ ਨੇ ਸਾੜੀਆਂ ਗਈਆਂ ਨੇ। ਮੋਦੀ ਸਰਕਾਰ ਨੂੰ ਇਹ ਦੱਸਣ ਦੇ ਲਈ ਕਾਪੀਆਂ ਸਾੜੀਆਂ ਗਈਆਂ ਨੇ ਕਿ ਅਸੀਂ ਜਿਹੜਾ ਤੁਹਾਡੇ ਇਹ ਜਿਹੜੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਬਿਲਕੁਲ ਵੀ ਮੰਨਦੇ ਨਹੀਂ। ਅਸੀਂ ਹੁਣ ਤੱਕ ਤੁਹਾਡੇ ਖਿਲਾਫ ਪ੍ਰਦਰਸ਼ਨ ਕਰਦੇ ਰਹੇ ਹਾਂ, ਇਹਨਾਂ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਦੇ ਰਹੇ ਹਾਂ, ਤੇ ਹੁਣ ਜਿਹੜੇ ਅੱਗੇ ਵੀ ਪ੍ਰਦਰਸ਼ਨ ਉਦੋਂ ਤੱਕ ਚੱਲਣਗੇ ਜਦੋਂ ਤੱਕ ਇਹ ਜਿਹੜੇ ਕਾਨੂੰਨ ਨੇ ਉਹ ਵਾਪਸ ਨਹੀਂ ਲਏ ਜਾਂਦੇ। ਸਰਕਾਰ ਚੁੱਕੇਗੀ। ਤੁਹਾਨੂੰ ਕੀ ਲੱਗਦਾ 6 ਮਹੀਨੇ ਦਿੱਲੀ ਦੇ ਪ੍ਰਭਾਵ ਹੋ ਗਏ, 8 ਮਹੀਨੇ ਨਾਭੇ ਹੋ ਗਏ ਰੋਸ ਪ੍ਰਦਰਸ਼ਨ ਕਰਦੇ ਲਗਾਤਾਰ? ਦੇਖੋ ਜੀ, ਜਦੋਂ ਤੱਕ ਸਰਕਾਰ ਆ ਜਿਹੜੀ ਬਿੱਲ ਵਾਪਸ ਨਹੀਂ ਲੈਂਦੀ, ਚਾਹੇ ਸਾਨੂੰ 2 ਸਾਲ ਕਿਉਂ ਨਾ ਹੋ ਜਾਣ, ਅਸੀਂ ਆ ਜਿਹੜਾ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਆ, ਸਾਡੀ ਜਿਹੜੀ ਕ੍ਰਾਂਤੀ ਲੈ ਕੇ ਆਉਣ ਦੀ ਜਿਹੜੀ ਸਾਡੀ ਮੇਨ ਜਿਹੜਾ ਸਾਡਾ ਮੋਟਿਵ ਆ ਕਿ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਇਹਨਾਂ ਦੇ ਖਿਲਾਫ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕਿਸੇ ਦੀਆਂ ਨਹੀਂ ਹੈਗੀਆਂ, ਉਹ ਕਿਸੇ ਦਾ ਨਹੀਂ ਸੁਣਦੀਆਂ ਹੈਗੀਆਂ, ਉਹ ਸਿਰਫ ਆਪਣੀਆਂ ਜੇਬਾਂ ਭਰਦੀਆਂ ਨੇ। ਇਸ ਦੇ ਲਈ ਸਾਨੂੰ ਚਾਹੇ 2 ਸਾਲ ਵੀ ਲੱਗ ਜਾਣ ਤਾਂ ਅਸੀਂ ਆ ਜਿਹੜਾ ਇਹਨਾਂ ਸਰਕਾਰਾਂ ਦੇ ਚੰਗੀ ਤਰ੍ਹਾਂ ਅੱਖ ਕੰਨ ਸਾਰਾ ਕੁਝ ਖੋਲ ਦੇਣਾ ਚਾਹੁੰਦੇ ਆ ਕਿ ਅਸੀਂ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲੈਂਦੇ ਹੈਗੇ ਉਦੋਂ ਤੱਕ ਸਾਨੂੰ ਧੁੱਪ ਮੀਂਹ ਕੋਈ ਵੀ ਸਾਨੂੰ ਠੰਡ ਹੈ ਜਿਹੜੀ ਨਹੀਂ ਲੱਗਦੀ ਹੈਗੀ, ਅਸੀਂ ਖੜੇ ਆ, ਅਸੀਂ ਖੜੇ ਰਹਾਂਗੇ। ਸਰਕਾਰ ਜਿਹੜੀ ਲੋਕ ਚੁਣਦੇ ਨੇ ਤੇ ਲੋਕਾਂ ਦੇ ਦੁਆਰਾ ਹੀ ਸਰਕਾਰ ਜਿਹੜੀ ਚੁਣੀ ਜਾਂਦੀ ਹੈ, ਤੇ ਸਰਕਾਰ ਲੋਕਾਂ ਨੂੰ ਜਦੋਂ ਇਹ ਚੀਜ਼ ਪਸੰਦ ਨਹੀਂ ਹੈਗੀ, ਸਰਕਾਰ ਕਿਉਂ ਚੁਣਨਾ ਚਾਹੁੰਦੀ ਹੈ? ਕੀ ਮੰਨਦੇ ਇਹਦੇ ਪਿੱਛੇ ਮੰਸ਼ਾ ਕੀ ਆ? ਅੱਜ ਕੱਲ ਜਿਹੜੇ ਜਿਵੇਂ ਹੁਣ ਤੁਸੀਂ ਸੁਣਦੇ ਹੀ ਹੋ, ਤੁਸੀਂ ਤਾਂ ਖੁਦ ਰਿਪੋਰਟਰ ਹੋ, ਤਾਂ ਤੁਹਾਨੂੰ ਪਤਾ ਹੀ ਆ ਕਿ ਲੋਕਾਂ ਦੀ ਜਿਹੜੀ ਮੈਂਟੈਲਿਟੀ ਆ ਬਹੁਤ ਜ਼ਿਆਦਾ, ਮੈਂ ਕਹਿਣਾ ਚਾਹੁੰਦੀ ਕਿ ਲੋਕਾਂ ਦੀ ਮੈਂਟੈਲਿਟੀ ਨੂੰ ਇੰਨਾ ਜ਼ਿਆਦਾ ਸਰਕਾਰ ਨੇ ਜਿਹੜਾ ਆਪਣੇ ਹੱਥਾਂ ਦੇ ਵਿੱਚ ਕਰ ਰੱਖਿਆ, ਉਹਨੂੰ ਪਤਾ ਲੱਗਿਆ ਕਿ ਜੇ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਫਸਾਇਆ ਜਾ ਸਕਦਾ। ਸਰਕਾਰ ਆ ਜਿਹੜੀ 2 ਰੁਪਏ ਸਿੱਟਦੀ ਹੈ ਤੇ ਅਸੀਂ ਮੈਂ ਜਦ ਵੀ ਕਿਸੇ ਨੂੰ ਮੈਂ ਖੁਦ ਜਾਂ ਮੇਰੇ ਘਰ ਦੇ ਨੇ ਜਿਹੜੇ ਆਪਣੇ ਉਹ ਉਹਨਾਂ ਨੂੰ ਖੁਦ ਬੋਲਦੇ ਆ ਕਿ ਜਿਹੜੀ ਇਹ ਸਰਕਾਰ ਚੁਣਨ ਦੀ ਨੀਤੀ ਆ ਉਹ ਪੰਚਾਇਤੀ ਤੋਂ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਪੰਚਾਇਤੀ ਨੂੰ ਇਮਾਨਦਾਰੀ ਨਾਲ ਚੁਣ ਸਕਦੇ ਆ, ਪੰਚਾਇਤ 'ਚ ਮੈਂਬਰ ਆ ਜਿਹੜਾ ਉਹ ਇਮਾਨਦਾਰੀ ਨਾਲ ਚੁਣਾਂਗੇ ਤਾਂ ਸਾਡਾ ਪ੍ਰਧਾਨ ਮੰਤਰੀ ਸਾਡਾ ਰਾਸ਼ਟਰਪਤੀ ਵੀ ਆ ਜਿਹੜਾ ਉਹ ਇਮਾਨਦਾਰੀ ਨਾਲ। ਤਾਂ ਗੱਲ ਇਹ ਹੈ ਕਿ ਇਮਾਨਦਾਰੀ ਦੀ ਗੱਲ ਹੈ, ਜਦੋਂ ਇਮਾਨਦਾਰੀ ਹੈ ਜਿਹੜੀ ਉਹ ਇੱਥੇ ਵਾਪਸ ਆ ਗਈ ਤਾਂ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਉਹ ਸਾਡੇ ਹੱਕ ਸਾਡੇ ਤੋਂ ਨਹੀਂ ਖੋ ਸਕਦੀ ਹੈਗੀ। ਅਸੀਂ ਉਸ ਇਮਾਨਦਾਰੀ ਕਰਕੇ ਇਮਾਨਦਾਰੀ ਹੈ ਜਿਹੜੀ ਸਾਡੀ ਖਤਮ ਹੁੰਦੀ ਜਾ ਰਹੀ ਆ, ਸਾਡਾ ਜ਼ਮੀਰ ਜਿਹੜਾ ਮਰ ਚੁੱਕਿਆ, ਅਸੀਂ ਪੈਸੇ ਦੇ ਪਿੱਛੇ ਲੱਗ ਚੁੱਕੇ ਆ। ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਹਜੇ ਵੀ ਜਿਹੜੇ ਲੋਕ ਨੇ ਉਹ ਜਾਗਰੂਕ ਨਹੀਂ ਹੋਏ ਹੈਗੇ, ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਕਿ ਜਾਗਰੂਕ ਹੋਣਾ ਸਾਡੇ ਲਈ ਜਿਹੜਾ ਇਹ ਰੈਵੋਲੂਸ਼ਨ ਚੱਲ ਰਿਹਾ ਹੈ ਸਾਡਾ ਬਹੁਤ ਜ਼ਿਆਦਾ ਜਿਹੜਾ ਲੋਕਾਂ ਨੂੰ ਸਾਡੇ ਨਾਲ ਇਕੱਠੇ ਕਰਿਆ ਹੋਇਆ ਹੈ, ਸਾਡੇ ਨਾਲ ਜੋੜਿਆ ਹੋਇਆ, ਤੇ ਹੋਰ ਵੀ ਲੋਕ ਨੇ ਜਿਹੜੇ ਜੁੜਨ ਤਾਂ ਕਿ ਅਸੀਂ ਇਮਾਨਦਾਰੀ ਦੀ ਇੱਕ ਨੀਂਹ ਰੱਖ ਸਕੀਏ ਤੇ ਤੇ ਅਸੀਂ ਜਿਹੜੇ ਸਾਡੇ ਜ਼ਮੀਰ ਮਰ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਜਿਉਂਦੇ ਕਰੀਏ। ਇਸ ਦੀ ਸਾਨੂੰ ਖਾਸ ਜ਼ਰੂਰਤ ਹੈ। अध्ययन समाचार के लिए अमरदीप आहूजा की रिपोर्ट, नाभा, पटियाला।